सैकड़े साल पुराना मंदिर तुहानूं दिखाउण लगे हां। बहुत खूबसूरत। होर खासियत सुणो, इत्थे औरतां ही पुजारी हुंदियां। होर खासियत सुणो, महाराणा प्रताप किसी वक्त इत्थे आए सी, उन्हां दा भाला पिया। जिस भाले नूं तुसीं देखोगे, उहदी विशालता देखोगे तां तुहानूं पता लग जू कि किड्डे आकार दे बंदे सी ਜਿਹੜੇ ਏਡੇ ਏਡੇ ਭਾਲੇ ਚੱਕ ਕੇ ਰੱਖਦੇ ਸੀ। ਇਕੱਲਾ ਰਾਜਿਆਂ ਨੇ ਇਹਨੂੰ ਪੂਜਿਆ ਹੀ ਨਹੀਂ, ਬੜੇ ਰਾਜਿਆਂ ਨੇ ਇਹਨੂੰ ਢਾਇਆ ਵੀ ਆ। ਕਦੇ ਇਹਦੀਆਂ 7 ਮੰਜ਼ਲਾਂ ਹੁੰਦੀਆਂ ਸੀ, ਅੱਜ ਇੱਕ ਹੀ ਬਾਕੀ ਆ। ਇਹਦੀ ਖੂਬਸੂਰਤੀ ਦੀ ਵੀ ਗੱਲ ਕਰਾਂਗੇ, ਇਹਦੀ ਵਿਸ਼ਾਲਤਾ ਦੀ ਗੱਲ ਵੀ ਕਰਾਂਗੇ, ਇਹਦੇ ਇਤਿਹਾਸ ਦੀ ਗੱਲ ਵੀ ਕਰਾਂਗੇ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਬਹੁਤ ਕਮਾਲ ਦਾ ਮੰਦਿਰ ਵਿਖਾਉਣਾ ਵਾ। ਤਕਰੀਬਨ ਕਿਹਾ ਜਾਂਦਾ 12ਵੀਂ ਸਦੀ ਦਾ ਬਣਿਆ ਟੈਂਪਲ ਕਹਿੰਦੇ ਆ, ਵਰਾਹ ਮੰਦਿਰ ਕਹਿੰਦੇ ਆ। ਇਸ ਵਕਤ ਅਸੀਂ ਪੁਸ਼ਕਰ ਦੇ ਵਿੱਚ ਆ ਤੇ ਵੱਡੀ ਗੱਲ ਇਹ ਆ ਕਿ ਲੋਕਾਂ ਨੂੰ ਇਹਦੇ ਬਾਰੇ ਬਹੁਤ ਘੱਟ ਪਤਾ। ਜਦੋਂ ਅਸੀਂ ਇੱਥੇ ਆਏ ਸੀ ਸਾਨੂੰ ਲੱਗਿਆ ਸੀਗਾ ਵੀ ਐਡਾ ਇਤਿਹਾਸਕ ਮੰਦਿਰ ਆ ਵੀ ਲੋਕ ਤਾਂ ਇੱਥੇ ਆਮ ਹੀ ਜਾਂਦੇ ਹੋਣਗੇ, ਪਰ ਅੰਦਰ ਖਾਲੀ ਪਿਆ ਵਾ। ਦੇਖੋ ਵੀ ਕਿੱਡਾ ਹੀ ਖੂਬਸੂਰਤ ਉਸ ਸਮੇਂ ਦੇ ਪੱਥਰਾਂ ਨੂੰ ਘੜ ਘੜ ਕੇ ਬਣਾਇਆ ਗਿਆ। ਤੇ ਮੈਂ ਦੱਸ ਦਿਆਂ ਵੀ ਇੱਥੇ ਬਹੁਤ ਵੱਡੇ ਵੱਡੇ ਬਾਦਸ਼ਾਹਾਂ ਦੇ ਹਮਲੇ ਵੀ ਹੁੰਦੇ ਰਹੇ ਆ, ਜਿਨ੍ਹਾਂ 'ਚ ਮੁਹੰਮਦ ਗੌਰੀ, ਜਹਾਂਗੀਰ, ਔਰੰਗਜ਼ੇਬ ਇਹਨਾਂ ਦਾ ਨਾਮ ਆਉਂਦਾ ਵੀ ਉਹਨਾਂ ਨੇ ਇੱਥੇ ਹਮਲੇ ਕੀਤੇ ਸੀਗੇ। ਇਸ ਤੋਂ ਬਿਨਾਂ ਦੱਸਦੇ ਵੀ ਮਹਾਰਾਣਾ ਪ੍ਰਤਾਪ ਵੀ ਇਸ ਮੰਦਿਰ ਦੇ ਵਿੱਚ ਆਇਆ ਸੀ ਕਿਸੇ ਸਮੇਂ, ਤੇ ਉਹਦਾ ਤਕਰੀਬਨ 8-10 ਫੁੱਟ ਦਾ ਵੱਡਾ ਭਾਲਾ ਵੀ ਪਿਆ ਵਾ। ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਯਾਰ ਵੀ ਕਿਹੋ ਜਿਹੇ ਬੰਦੇ ਸੀ ਉਹ, ਕਿਹੋ ਜਿਹੇ ਸਰੀਰ ਸੀ ਉਹਨਾਂ ਦੇ, ਜਿਹੜੇ ਐਡੀ ਵੱਡੀ ਚੀਜ਼ ਨੂੰ ਨਾਲ ਲੈ ਕੇ ਤੁਰੇ ਫਿਰਦੇ ਸੀ। ਤਕਰੀਬਨ 70-80 ਪੌੜੀਆਂ ਨੇ ਇੱਦਾਂ ਦੀਆਂ, ਤਾਂ ਚੜ੍ਹ ਕੇ ਜਾਣਾ ਪੈਂਦਾ ਇੱਥੇ। ਕਿਸੇ ਸਮੇਂ ਇਹਦੇ ਤੇ 1.25 ਮਣ ਘਿਓ ਦਾ ਦੀਵਾ ਬਲਦਾ ਹੁੰਦਾ ਸੀਗਾ ਤੇ ਉਹ ਸਾਰੇ ਸ਼ਹਿਰ ਨੂੰ ਚਾਨਣ ਕਰਦਾ ਸੀ ਜੀ। ਮਤਲਬ ਇੱਕ ਸੰਕੇਤਕ ਦਾ ਕੰਮ ਵੀ ਕਰਦਾ ਸੀ। ਇਸ ਤਰੀਕੇ ਨਾਲ ਚਾਰੇ ਪਾਸੇ ਬਣੇ ਹੋਏ ਆ ਦੇਖੋ, ਆ ਜਾ ਬਹੁਤ ਵੱਡੇ ਵੱਡੇ ਗੇਟ ਲੱਗੇ ਹੋਏ ਨੇ ਇਹਦੇ। ਆ ਸਾਰੀਆਂ ਪੌੜੀਆਂ ਪੱਥਰਾਂ ਦੀਆਂ ਹੀ ਆ ਤੇ ਮੰਦਿਰ ਵੀ ਸਾਰਾ ਪੱਥਰ ਦਾ ਹੀ ਬਣਿਆ ਹੋਇਆ, ਕਿਤੇ ਕੋਈ ਚੂਨਾ ਨਹੀਂ ਵਰਤਿਆ ਗਿਆ। ਜਿਹੜਾ ਮੰਦਿਰ ਇਹ ਮੇਨ ਮੰਦਿਰ ਆ, ਜਿਹੜਾ ਤਕਰੀਬਨ ਕਹਿ ਸਕਦੇ ਹਾਂ ਕਿ 800 ਸਾਲ ਪੁਰਾਣਾ ਮੰਦਿਰ ਆ। ਆਹ ਦਿਖਾ ਦਿਆਂ ਵੀ ਆ ਸਾਰਾ ਲਾਲ ਪੱਥਰ ਵਰਤਿਆ ਗਿਆ ਇੱਥੇ। ਇਹਦੇ ਮਜ਼ਬੂਤ ਬੂਹੇ ਨੇ, ਆਹ ਦੇਖੋ ਕਿੱਡੇ ਕਿੱਡੇ ਬੂਹੇ ਨੇ ਇਹਦੇ। ਆਹ ਦੇਖੋ ਕਿੱਡੇ ਸੋਹਣੇ। ਤਾਂ ਤੋਂ ਵੀ ਦੇਖੋਗੇ ਤੁਸੀਂ ਕਿ ਬਹੁਤ ਕਮਾਲ ਦੀ ਕਲਾਕਾਰੀ ਕੀਤੀ ਗਈ ਹੈ, ਰਾਜਸਥਾਨੀ ਕਲਾਕਾਰੀ ਜਿਹਨੂੰ ਕਹਿ ਦਿੰਦੇ ਆ। ਆਹ ਦੇਖੋ ਕੁੰਡੇ ਵਗੈਰਾ ਮਜ਼ਬੂਤ, ਪੁਰਾਣਾ ਹੀ ਗੇਟ ਲੱਗਿਆ ਹੋਇਆ ਵਾ, ਸਦੀਆਂ ਪੁਰਾਣਾ, ਰਾਜਿਆਂ ਮਹਾਰਾਜਿਆਂ ਦਾ ਲਾਇਆ ਹੋਇਆ। ਕਿਸੇ ਸਮੇਂ ਇਸ ਮੰਦਿਰ ਦੀਆਂ 7 ਮੰਜ਼ਲਾਂ ਹੁੰਦੀਆਂ ਸੀ, ਪਰ ਹੁਣ 1 ਮੰਜ਼ਲ ਆ। ਤੇ ਉਸ ਤੋਂ ਬਾਅਦ ਕਹਿੰਦੇ ਵੀ ਕਮਾਲ ਇਹ ਸੀ ਕਿ ਲੋਕਾਂ ਨੇ ਇਹਨੂੰ ਹੂਬਹੂ ਉਵੇਂ ਹੀ ਰੱਖਿਆ। ਮਤਲਬ ਇਹਦੀ ਸ਼ਰਧਾ ਭਾਵਨਾ ਘਟੀ ਨਹੀਂ, ਪਰ ਲੋਕਾਂ ਨੂੰ ਘੱਟ ਪਤਾ ਕਰਕੇ ਲੋਕ ਇਸੇ ਕਰਕੇ ਇੱਥੇ ਘੱਟ ਆਉਂਦੇ ਆ। ਸੋ ਆਜੋ ਦਰਸ਼ਕੋ, ਆਪਾਂ ਸਾਰਾ ਮੰਦਿਰ ਵੇਖੀਏ ਤੇ ਇਹਦੀ ਸ਼ਰਧਾ ਭਾਵਨਾ ਨੂੰ ਸਮਝੀਏ ਵੀ ਕੀ ਮੰਦਿਰ ਸੀ, ਕੀ ਖਾਸੀਅਤ ਸੀ, ਤੇ ਇਹ 'ਚ ਕਲਾ ਦਾ ਵੀ ਬੇਮਿਸਾਲ ਨਮੂਨਾ ਵਾ। ਆਜੋ ਦੇਖਦੇ ਹਾਂ। ਦਰਸ਼ਕੋ, ਇਹ ਪ੍ਰਾਚੀਨ ਮੰਦਿਰ ਆ, ਤਕਰੀਬਨ 12ਵੀਂ ਸਦੀ ਦੇ ਵਿੱਚ ਬਣਿਆ ਸੀਗਾ। ਬਹੁਤ ਸਾਰੇ ਹਮਲਾਵਰਾਂ ਨੇ ਨੁਕਸਾਨ ਵੀ ਪਹੁੰਚਾਇਆ, ਪਰ ਫਿਰ ਵੀ ਇਹ ਬਣਦਾ ਰਿਹਾ। ਕਿਹਾ ਜਾਂਦਾ ਵੀ ਅਨੁਰਾਜ ਦੇ ਵੇਲੇ ਬਣਿਆ ਸੀਗਾ। ਅਨੁਰਾਜ ਕੌਣ ਸੀਗਾ? ਜਿਨ੍ਹਾਂ ਦਾ ਮਤਲਬ ਪ੍ਰਿਥਵੀ ਰਾਜ ਚੌਹਾਨ ਦੇ ਦਾਦਾ ਜੀ, ਉਹਨਾਂ ਦਾ ਰਾਜ ਰਿਹਾ ਵਾ 1135 ਤੋਂ ਲੈ ਕੇ 1150 ਦੇ ਦਰਮਿਆਨ। ਉਹਨਾਂ ਵੇਲਿਆਂ ਦੇ ਵਿੱਚ ਹੀ ਬਣਿਆ। ਤੁਹਾਨੂੰ ਮੈਂ ਦਿਖਾ ਦਿਆਂ, ਮੰਦਿਰ ਸਾਰਾ ਪੱਥਰ ਨੂੰ ਹੀ ਘੜ ਕੇ ਬਣਾਇਆ ਹੋਇਆ ਯਾਰ, ਕਿਤੇ ਕੋਈ ਚੂਨਾ ਨਹੀਂ ਵਰਤਿਆ, ਸਿਰਫ ਪੱਥਰ ਨੂੰ ਹੀ ਪੱਥਰ ਉੱਤੇ ਟਿਕਾ ਕੇ ਰੱਖਿਆ ਹੋਇਆ। ਇੰਨੇ ਖੂਬਸੂਰਤ ਫੁੱਲ ਡਿਜ਼ਾਈਨ ਤੁਹਾਡੇ ਸਾਹਮਣੇ ਆ। ਮੈਂ ਕਹਿੰਦਾ ਵੀ ਪੱਥਰ ਉੱਤੇ ਨਕਾਸ਼ੀ ਕਰਨ ਵਾਲੀ ਸਿਰਾ ਗੱਲਬਾਤ ਆ। ਤੁਹਾਨੂੰ ਦੱਸਦੇ ਹਾਂ ਵੀ 1132 ਦੇ ਵਿੱਚ ਵੀ ਇਹਨਾਂ ਨੇ ਮਤਲਬ ਮੁਸਲਿਮ ਹਮਲਾਵਰਾਂ ਨੂੰ ਹਰਾਇਆ ਸੀਗਾ, ਤੇ 1134 ਦੇ ਵਿੱਚ ਗੁਜਰਾਤ ਦੇ ਚਾਲੁਕਿਆਂ ਨੂੰ ਹਰਾਇਆ ਸੀ। ਜਿਹੜਾ ਚਾਲੁਕਿਆ ਸੀ ਗੁਜਰਾਤ ਦਾ, ਉਹਦਾ ਨਾਂ ਸੀਗਾ ਜੈ ਸਿੰਘ। ਤੇ ਆਖਰ ਤੇ ਜੈ ਸਿੰਘ ਨੇ ਆਪਦੀ ਕੁੜੀ ਕੰਚਨ ਦੇਵੀ ਦਾ ਵਿਆਹ ਅਨੁਰਾਜ ਨਾਲ ਕਰਤਾ ਸੀ। ਲੈ ਭਾਈ ਤੂੰ ਕੁੜੀ ਲੈ ਲਾ। ਤੇ ਇਸ ਤਰੀਕੇ ਦੇ ਨਾਲ ਇਹਨਾਂ ਦਾ ਸਿਲਸਿਲਾ ਸੀ। ਜਿਹੜਾ ਬਹਾਦਰ ਰਾਜਾ ਸੀਗਾ ਇਹਨੇ ਝੀਲਾਂ ਵੀ ਬਣਾਈਆਂ। ਇਹਦਾ ਜਿਹੜਾ ਰਾਜ ਭਾਗ ਹੁੰਦਾ ਸੀਗਾ ਅਜਮੇਰ ਦੇ ਇਰਦ ਗਿਰਦ ਹੋਇਆ ਕਰਦਾ ਸੀ। ਤੇ ਉਹ ਮਤਲਬ ਕੌਣ ਸੀ ਇਹ ਅਨੁਰਾਜ? ਪ੍ਰਿਥਵੀ ਰਾਜ ਚੌਹਾਨ ਦਾ ਦਾਦਾ ਸੀਗਾ। ਮਤਲਬ ਅਜਮੇਰ ਦੇ ਵਿੱਚ ਆਨਾ ਸਾਗਰ ਝੀਲ ਵੀ ਇਹਦੇ ਨਾਂ 'ਤੇ ਹੀ ਬਣੀ ਹੋਈ ਸੀ। ਉਹਨੇ ਬਹੁਤ ਸਾਰੇ ਮੰਦਿਰਾਂ ਦਾ ਨਿਰਮਾਣ ਕਰਵਾਇਆ ਸੀ। ਜਿਹੜਾ ਵਰਾਹ ਮੰਦਿਰ ਆ ਨਾ, ਕਿਹਾ ਜਾਂਦਾ ਵੀ ਭਗਵਾਨ ਵਿਸ਼ਨੂੰ ਜੀ ਦੇ ਤੀਜੇ ਅਵਤਾਰ ਦਾ ਨਾਮ ਆ। ਉਹਨਾਂ ਦੇ ਨਾਂ 'ਤੇ ਬਣਿਆ ਹੋਇਆ ਸੀਗਾ। ਜੋ ਇਸ ਹਿੰਦੂ ਫਿਲਾਸਫੀ ਨੂੰ ਸਮਝਣ ਵਾਲੇ ਲੋਕ ਨੇ, ਉਹ ਜ਼ਿਆਦਾ ਬੈਟਰ ਤਰੀਕੇ ਨਾਲ ਸਮਝ ਸਕਦੇ ਆ। ਮੈਥੋਂ ਵੀ ਕਈ ਗੁਣਾ ਤਰੀਕੇ ਨਾਲ ਵੱਧ ਸਮਝ ਸਕਦੇ ਆ, ਕਿਉਂਕਿ ਆਪਾਂ ਇਸ ਵਿੱਚ ਪਰਫੈਕਟ ਨਹੀਂ ਆ। ਇਸ ਕਰਕੇ ਆਪਾਂ ਇੱਕ ਇਤਿਹਾਸ ਦੇ ਜੋ ਤੱਥ ਸਾਨੂੰ ਇਤਿਹਾਸ ਪੜ੍ਹ ਕੇ ਮਿਲਦੇ ਆ, ਉਹੀ ਸਾਡੇ ਸਾਹਮਣੇ ਦੱਸ ਰਹੇ ਹਾਂ। ਅਤੇ ਇਹਦੀ ਖੂਬਸੂਰਤੀ ਹਜੇ ਤੱਕ ਵੀ ਬਰਕਰਾਰ, ਤਾਂ ਤੱਕ ਵੇਖੋਗੇ ਯਾਰ ਕੋਈ ਕੋਨਾ ਬਚਿਆ ਹੀ ਨਹੀਂਗਾ ਜਿਹੜਾ ਖੂਬਸੂਰਤ ਨਾ ਹੋਵੇ। ਹਰ ਇਹ ਚੀਜ਼ ਇਹਦੀ ਖੂਬਸੂਰਤਾ ਬਣੀ ਹੋਈ ਆ। ਜਿਹੜਾ ਅਨੁਰਾਜ ਸੀ, ਇਹਨੇ ਮੁਸਲਮਾਨ ਹਮਲਾਵਰਾਂ ਨਾਲ ਵੀ ਟੱਕਰ ਲਈ, ਅਤੇ ਜਿਹੜਾ ਫਿਰ ਉਸ ਤੋਂ ਬਾਅਦ ਇਹਦਾ ਪੁੱਤ ਆਇਆ ਸੀ, ਉਹਨੇ ਵੀ ਕਿਤੇ ਮੁਹੰਮਦ ਗੌਰੀ ਨਾਲ ਟੱਕਰ ਲਈ ਸੀ। ਸਭ ਤੋਂ ਪਹਿਲੀ ਗੱਲ ਆ ਜਾਂਦੀ ਆ 1191 ਦੀ, ਜਦੋਂ ਤਰਾਇਨ ਦੀ ਪਹਿਲੀ ਲੜਾਈ ਹੁੰਦੀ ਆ
ਕਰਨਾਲ ਦੇ ਕੋਲ, ਕਰਨਾਲ ਪੈਂਦਾ ਹਰਿਆਣੇ ਦੇ ਵਿੱਚ, ਤੇ ਉੱਥੇ ਮੁਹੰਮਦ ਗੌਰੀ ਨੂੰ ਹਰਾਇਆ ਸੀ, ਜ਼ਖਮੀ ਕਰਕੇ ਵਾਪਸ ਭਜਾਇਆ ਸੀ ਅਫਗਾਨਿਸਤਾਨ ਦੇ ਵਿੱਚ। ਤੇ ਉਸ ਤੋਂ ਦੂਸਰੀ ਲੜਾਈ ਫਿਰ ਤਰਾਇਨ ਦੇ ਨੇੜੇ, ਉੱਥੇ ਹੀ ਕਰਨਾਲ ਦੇ ਕੋਲ, ਉਸੇ ਥਾਂ ਦੇ ਉੱਤੇ 1192 ਦੇ ਵਿੱਚ ਮੁਹੰਮਦ ਗੌਰੀ ਦੇ ਹੱਥੋਂ ਪ੍ਰਿਥਵੀ ਰਾਜ ਚੌਹਾਨ ਹਾਰ ਗਿਆ ਸੀ। ਉਹਦੀ ਹਾਰ ਦਾ ਕਾਰਨ ਕੀ ਸੀਗਾ ਕਿ ਬਹੁਤ ਸਾਰੇ ਰਾਜੇ ਮਹਾਰਾਜੇ ਭਾਰਤ ਦੇ ਉਹਨਾਂ ਨੇ ਪ੍ਰਿਥਵੀ ਰਾਜ ਚੌਹਾਨ ਦਾ ਸਾਥ ਨਹੀਂ ਸੀ ਦਿੱਤਾ, ਜਿਹਦੇ ਕਰਕੇ ਹਾਰ ਦੇਖਣੀ ਪਈ ਸੀ। ਹਾਰ ਦੇ ਵੀ ਬਹੁਤ ਸਾਰੇ ਕਾਰਨ ਸੀ, ਆਪਾਂ ਇਹ ਵੀ ਵਿਚਾਰਦੇ ਹਾਂ ਤੇ ਨਾਲੇ ਆਪਾਂ ਮੰਦਿਰ ਦੀ ਖੂਬਸੂਰਤੀ ਨੂੰ ਦੇਖਦੇ ਹਾਂ ਤੇ ਨਿਹਾਰਦੇ ਹਾਂ। ਦਰਸ਼ਕੋ, ਜੋ ਪ੍ਰਿਥਵੀ ਰਾਜ ਚੌਹਾਨ ਦੀ ਹਾਰ ਦਾ ਕਾਰਨ ਇਹ ਵੀ ਸੀ ਕਿ ਉਸ ਸਮੇਂ ਭਾਰਤੀ ਲੋਕ ਜਾਤਾਂ ਪਾਤਾਂ 'ਚ ਵੰਡੇ ਹੋਏ ਸੀ, ਜਿਵੇਂ ਹੁਣ ਵੰਡੇ ਆ ਉਵੇਂ ਹੀ ਪਹਿਲਾਂ ਵੰਡੇ ਹੋਏ ਸੀ। ਉਹਨਾਂ ਜਾਤਾਂ ਪਾਤਾਂ 'ਚ ਵੰਡੇ ਹੋਣ ਦੇ ਕਾਰਨ ਇਹ ਇੱਕਮਿਕ ਨਹੀਂ ਹੋ ਸਕੇ, ਜਿਹਦੇ ਕਰਕੇ ਹਾਰ ਨਾ ਪਿਆ। ਤੇ ਦੂਸਰੇ ਪਾਸੇ ਜੋ ਮੁਹੰਮਦ ਗੌਰੀ ਦੀ ਫੌਜ ਸੀ, ਉਹ ਮੁਸਲਿਮ ਜੋ ਅਫਗਾਨਿਸਤਾਨ ਤੋਂ ਆਏ ਸੀ, ਉਹ ਧਾਰ ਕੇ ਘਰੋਂ ਆਏ ਸੀ, ਜੇ ਜਿੰਦਾ ਰਵਾਂਗੇ ਤਾਂ ਵਾਪਸ ਜਾਵਾਂਗੇ, ਜੇ ਮਾਰੇ ਗਏ ਤਾਂ ਤੁਹਾਡਾ ਜਾਣਾ ਸੰਭਵ ਨਹੀਂਗਾ। ਇਸੇ ਕਰਕੇ ਉਹ ਇੱਕਮਿਕ ਹੋ ਕੇ ਲੜੇ ਤੇ ਇਸੇ ਤਰੀਕੇ ਨਾਲ ਉਹਨਾਂ ਨੇ ਹਰਾਤਾ ਸੀ। ਕਿਹਾ ਜਾਂਦਾ ਵੀ ਜੋ ਉਹ ਮੰਦਿਰ ਆ ਨਾ, ਇਹਦੇ 7 ਗੁੰਬਦ ਹੁੰਦੇ ਸੀਗੇ, ਮਤਲਬ 7 ਮੰਜ਼ਿਲਾ ਹੁੰਦਾ ਸੀਗਾ। ਪਰ ਸਮੇਂ-ਸਮੇਂ ਤੇ ਹਮਲਾਵਰਾਂ ਨੇ, ਜਿਹਦੇ ਵਿੱਚ ਜਹਾਂਗੀਰ ਦਾ ਨਾਂ ਆਉਂਦਾ ਤੇ ਉਸ ਤੋਂ ਬਾਅਦ ਔਰੰਗਜ਼ੇਬ ਦਾ ਨਾਂ ਆਉਂਦਾ, ਇਹਨਾਂ ਨੇ ਵੀ ਇਸ ਨੂੰ ਢਾਇਆ ਤੇ ਢਾ ਦਿੱਤਾ ਸੀਗਾ। ਕਿਸੇ ਸਮੇਂ ਇਹਦੇ ਸਿਖਰਲੇ ਗੁੰਬਦ ਦੇ ਉੱਤੇ 1.25 ਮਣ ਘਿਓ ਜਾਂ ਤੇਲ ਦਾ ਦੀਵਾ ਬਲਦਾ ਹੁੰਦਾ ਸੀ, ਇੱਕ ਮਸ਼ਾਲ ਦੇ ਰੂਪ ਦੇ ਵਿੱਚ। ਉਹਦੇ ਨਾਲ ਕੀ ਹੁੰਦਾ ਸੀਗਾ, ਸਾਰੇ ਪੁਸ਼ਕਰ ਸ਼ਹਿਰ ਦੇ ਵਿੱਚ ਚਾਨਣ ਰਹਿੰਦਾ ਹੁੰਦਾ ਸੀ। ਤੇ ਇਸ ਵਕਤ ਅਸੀਂ ਪੁਸ਼ਕਰ ਦੇ ਵਿੱਚ ਹੀ ਹਾਂ, ਤੇ ਜਿਹੜਾ ਤਾਂ ਲੱਗਿਆ ਹੁੰਦਾ ਸੀ, ਮਸ਼ਾਲ ਜਗਦੀ ਸੀ ਨਾ, ਉਹਦਾ ਕਾਰਨ ਇਹ ਸੀ ਕਿ ਇੱਕ ਤਾਂ ਹੋਗਾ ਚਾਨਣ, ਦੂਸਰਾ ਵੀ ਕੋਈ ਦਿਸ਼ਾ, ਅੱਗੇ ਕੋਈ ਜੰਗਲ ਹੁੰਦੇ ਸੀਗੇ, ਹੁਣ ਵੀ ਰਿੱਤਾ ਵਾ, ਦੂਰ ਤੱਕ ਆਉਣਾ ਜਾਣਾ ਬਹੁਤ ਔਖਾ ਵਾ। GPS ਵੀ ਇੱਥੇ ਫੇਲ ਹੋ ਜਾਂਦੇ ਆ ਕਈ ਵਾਰ ਤਾਂ, ਕਿਉਂਕਿ ਨੈੱਟ ਵਗੈਰਾ ਕੰਮ ਨਹੀਂ ਕਰਦੇ, ਕਿਉਂਕਿ ਸਧਾਰਨ ਲੋਕਾਂ ਨੂੰ ਵੀ ਜਾਣਕਾਰੀ ਥੋੜ੍ਹੀ ਜਿਹੀ ਘੱਟ ਹੁੰਦੀ ਹੈ ਇੱਥੇ। ਤੇ ਇਸੇ ਕਰਕੇ ਉਹ ਦਿਸ਼ਾ ਸੂਚਕ ਦਾ ਕੰਮ ਕਰਦਾ ਹੁੰਦਾ ਸੀ, ਮਤਲਬ ਉਹਨੂੰ ਨਿਸ਼ਾਨੀ ਮੰਨ ਕੇ, ਜਿਵੇਂ ਲੋਕ ਅੱਗੇ ਤਾਰਿਆਂ ਨੂੰ ਦਿਸ਼ਾ ਮੰਨ ਕੇ ਤੁਰਦੇ ਸੀ, ਲੋਕ ਕਿਸੇ ਸਮੇਂ ਉਹਦੇ ਤੇ ਬਲਦੀ ਹੋਈ ਲਾਟ ਨੂੰ ਵੇਖ ਕੇ ਤੁਰਦੇ ਹੁੰਦੇ ਸੀਗੇ। ਤੇ ਇੱਕ ਮੈਂ ਹੋਰ ਗੱਲ ਦੱਸਦੀ ਹਾਂ ਵੀ 1135 ਵਿੱਚ ਜਦੋਂ ਮੁਸਲਮਾਨ ਹਮਲਾਵਰ ਆਏ ਨਾ, ਉਹਨਾਂ ਨੇ ਸਾਰਾ ਅਜਮੇਰ ਤਬਾਹ ਕਰਤਾ ਸੀ। ਅਜਮੇਰ ਤਬਾਹ ਕਰਨ ਤੋਂ ਬਾਅਦ ਉਹਨਾਂ ਨੇ ਇਸ ਥਾਂ ਤੇ ਹਮਲਾ ਕੀਤਾ ਤੇ ਉਹਨਾਂ ਨੂੰ ਫਿਰ ਕਹਿੰਦਾ ਅਨੁਰਾਜ ਪ੍ਰਿਥਵੀ ਰਾਜ ਚੌਹਾਨ ਦੇ ਦਾਦਾ ਜੀ ਨੇ ਚੰਗੀ ਤਰ੍ਹਾਂ ਹਰਾ ਕੇ ਤਬਾਹ ਕਰਕੇ ਫੌਜ ਘੱਲਿਆ ਸੀ। ਮਤਲਬ ਇੱਕ ਬਹਾਦਰ ਯੋਧੇ 'ਚ ਗਿਣਿਆ ਜਾਂਦਾ ਅਨੁਰਾਜ। ਆਪਾਂ ਤਾਂ ਅਕਸਰ ਪ੍ਰਿਥਵੀ ਰਾਜ ਚੌਹਾਨ ਤੱਕ ਹੀ ਜਾਣਦੇ ਹਾਂ, ਪਰ ਉਸ ਤੋਂ ਪਹਿਲਾਂ ਵੀ ਇਹ ਬਹਾਦਰ ਕੌਮ ਸੀ। ਇਹਨਾਂ ਨੇ ਬਹੁਤ ਸਾਰੀਆਂ ਜੰਗਾਂ ਯੁੱਧਾਂ ਲੜੀਆਂ, ਮਹਿਮੂਦ ਗਜ਼ਨਵੀ ਤੱਕ ਨੂੰ ਵੀ ਦੀ ਫੌਜ ਨੂੰ ਵੀ ਮੋੜਿਆ ਸੀਗਾ ਇਹਨਾਂ ਨੇ। ਤੇ ਇਹ ਉਹੀ ਧਰਤੀ ਆ, ਪੁਸ਼ਕਰ ਧਰਤੀ ਆ, ਜਿੱਥੇ ਬਹੁਤ ਸਾਰਾ ਵੱਡੇ ਮੇਲੇ ਵੀ ਲੱਗਦੇ। ਕਹਿ ਸਕਦੇ ਕਿ ਇਹਨੂੰ ਮੰਦਿਰਾਂ ਦੀ ਧਰਤੀ ਕਿਹਾ ਜਾ ਸਕਦਾ ਯਾਰ। ਹਰ ਚੱਪੇ ਚੱਪੇ ਤੇ ਬਹੁਤ ਸਾਰੇ ਮੰਦਿਰ ਨੇ, ਘਾਟ ਬਣੇ ਹੋਏ ਨੇ। ਤੇ ਇਸੇ ਧਰਤੀ ਦੇ ਉੱਤੇ ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਵੀ ਆਏ ਹੋਏ ਸੀ, ਤੇ ਇੱਥੇ ਇਸੇ ਧਰਤੀ ਤੇ ਗੁਰੂ 10ਵੇਂ ਪਾਤਸ਼ਾਹ ਵੀ ਕਹਿੰਦੇ ਆਏ ਹੋਏ ਨੇ, ਉਹਨਾਂ ਦੇ ਵੀ ਗੁਰਦੁਆਰੇ ਇੱਥੇ ਬਣੇ ਹੋਏ ਆ। ਪਰ ਅੱਜ ਆਪਾਂ ਗੱਲ ਕਰਾਂਗੇ ਇਸ ਵਰਾਹਾ ਮੰਦਿਰ ਬਾਰੇ, ਜਿਹੜਾ ਕਿ ਭਗਵਾਨ ਵਿਸ਼ਨੂੰ ਦਾ ਤੀਜਾ ਰੂਪ ਆ। ਦਰਸ਼ਕੋ, ਸਮਾਂ ਬਹੁਤ ਹੋ ਗਿਆ ਮੰਦਿਰ ਬਣੇ ਨੂੰ, 12ਵੀਂ ਸਦੀ ਦਾ ਜ਼ਿਕਰ ਆ। ਮੈਨੂੰ ਲੱਗਦਾ ਉਸ ਤੋਂ ਵੀ ਪਹਿਲਾਂ ਦਾ ਹੋਊਗਾ। ਕਾਰਨ ਇਹ ਆ ਕਿ ਕੁਝ ਚੀਜ਼ਾਂ, ਕਿਉਂਕਿ ਹਿੰਦੂਇਜ਼ਮ ਬਹੁਤ ਪੁਰਾਣਾ ਧਰਮ ਆ, ਉਸ ਤੋਂ ਪਹਿਲਾਂ ਵੀ ਇਸ ਧਰਤੀ ਦੇ ਉੱਤੇ ਮਤਲਬ ਰਾਜਪੂਤ ਰਾਜਾਂ ਦਾ ਰਾਜ ਰਿਹਾ ਵਾ। ਉਸ ਤੋਂ ਬਾਅਦ ਪਹਿਲਾਂ ਚੌਹਾਨ ਵੰਸ਼ ਦਾ ਵੀ ਰਾਜ ਰਿਹਾ। ਪਰ ਜਿਹੜੀ ਪੱਥਰ ਦੀ ਕਟਾਈ ਆ, ਤੁਹਾਡੇ ਮਨ 'ਚ ਕੀ ਖਿਆਲ ਆਉਂਦਾ ਹੋਊਗਾ ਯਾਰ ਉਹਨਾਂ ਕਾਰੀਗਰਾਂ ਬਾਰੇ, ਵੀ ਜਿਨ੍ਹਾਂ ਨੇ ਇਸ ਪੱਥਰਾਂ ਨੂੰ ਘੜ ਕੇ ਇੰਨਾ ਖੂਬਸੂਰਤ ਬਣਾਇਆ। ਅੱਜ ਤੁਹਾਡੇ ਘਰੇ ਪੱਥਰ ਲਾਉਣ ਵਾਲਾ ਕੋਈ ਬੰਦਾ ਆਵੇ, ਉਹਦੇ ਕੋਲ ਕਿੰਨੇ ਸਾਧਨ ਹੁੰਦੇ ਆ, ਗ੍ਰਾਈਂਡਰ ਹੁੰਦਾ ਵਾ, ਕਟਰ ਹੁੰਦਾ ਵਾ, ਉਹ ਮਿੰਟੋ ਮਿੰਟ ਹੀ ਕੱਟ ਜਾਂਦੇ ਆ, ਹੈ ਨਾ। ਅਤੇ ਉਸ ਸਮੇਂ ਨਾ ਗ੍ਰਾਈਂਡਰ ਸੀ, ਨਾ ਕਟਰ ਸੀ, ਨਾ ਬਿਜਲੀ ਸੀ, ਕੁਛ ਵੀ ਨਹੀਂ ਸੀ। ਆ ਦੇਖੋ ਕਿੱਡੀਆਂ ਕਿਸ ਤਰੀਕੇ ਦੀਆਂ ਗੁਲਾਈਆਂ ਪਾਈਆਂ ਹੋਈਆਂ ਨੇ। ਇਹ ਇੱਕ ਨਹੀਂ ਪਾਈ ਯਾਰ, ਚੱਪੇ ਚੱਪੇ ਦੇ ਪਾਈ ਆ ਸਾਰਾ ਕੁਝ। ਅਤੇ ਇੱਕ ਤੁਹਾਡੇ ਵਿੱਚ ਇੱਥੇ ਕੋਈ ਵੀ ਸੀਮਟ ਨਹੀਂ, ਕੁਛ ਨਹੀਂ, ਕੋਈ ਚੂਨਾ ਨਹੀਂ, ਕੋਈ ਹੋਰ ਨਹੀਂ ਲੱਗਿਆ ਹੋਇਆ। ਮਤਲਬ ਜਿਹਨੂੰ ਚੌਰਸ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਆ, ਉਹ ਜਮਾਂ ਚੌਰਸੀ ਆ, ਸਕੇਅਰ ਦੇ ਵਿੱਚ ਆ। ਅਤੇ ਜਿਹਨੂੰ ਗੁਲਾਈ ਦੇਣ ਦੀ ਕੋਸ਼ਿਸ਼ ਕੀਤੀ ਆ, ਉਹ ਜਮਾਂ ਗੋਲ ਹੀ ਆ, ਜਿਵੇਂ ਦੀ ਖਵਾ ਦੇਖੋ ਗੋਲ ਹੀ ਲੱਗਿਆ ਹੋਇਆ ਵਾ। ਇਹਦੇ ਵਿੱਚ ਕੀ ਆ ਕਿ ਨਮੂਨੇ ਬਹੁਤ ਪੁਰਾਣੇ ਨੇ। ਕਹਿ ਸਕਦੇ ਹਾਂ ਕਿ ਹਮਲੇ ਕਰਦੇ ਗਏ ਲੋਕ, ਤੇ ਉਸ ਸਮੇਂ ਦੇ ਕਾਰੀਗਰਾਂ ਜਿੰਨਾ ਜਨੂਨ ਸੀ ਕਿ ਉਹਨੂੰ ਹੋਰ ਵੀ ਵੱਧ ਸ਼ਰਧਾ ਦੇ ਨਾਲ ਬਣਾਉਂਦੇ ਗਏ। ਆਹ ਵੇਖੋ ਕਿੱਡਾ ਸੋਹਣਾ ਪਿੱਲਰ ਯਾਰ, ਆਹ ਡਿਜ਼ਾਈਨ ਦੇਖੋ। ਮੈਂ ਕਹਿੰਦਾ ਵੀ ਯਾਰ ਇਹਦਾ ਕਮਾਲ ਹੀ, ਇਹੋ ਜਿਹੇ ਨਮੂਨੇ ਰਾਜਸਥਾਨ ਵਿੱਚ ਹੀ ਮਿਲ ਸਕਦੇ ਆ। ਇਸ ਤੋਂ ਬਿਨਾਂ ਦੱਖਣੀ ਭਾਰਤ ਦੇ ਵਿੱਚ ਹੀ ਬਹੁਤ ਸਾਰੇ ਪੁਰਾਣੇ ਮੰਦਿਰਾਂ ਦੇ ਨਮੂਨੇ ਨੇ। ਅਤੇ ਯਕੀਨ ਤੁਹਾਡੀ ਮੁਹੱਬਤ ਬਰਕਰਾਰ ਰਹੀ ਤਾਂ ਆਪਾਂ ਰਾਜਸਥਾਨ ਦੇ ਵਿੱਚ ਵੀ, ਅਤੇ ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਨੇ, ਜਿਵੇਂ ਕਿ ਦੱਖਣੀ ਭਾਰਤ ਦੀ ਗੱਲ ਕਰੀਏ, ਉੱਥੇ ਜਾ ਕੇ ਵੀ ਮੰਦਿਰ ਵਿਖਾਵਾਂਗੇ। ਆਹ ਦੇਖੋ ਨਿੱਕੇ ਨਿੱਕੇ ਮੰਦਿਰ ਨੇ, ਪਰ ਇਹਨਾਂ ਮੈਨੂੰ ਲੱਗਿਆ ਵੀ ਆ ਜਿਹੜਾ ਰੰਗ ਜਾ ਕਰਕੇ ਸ਼ਾਇਦ ਕਿਤੇ ਨਾ ਕਿਤੇ ਯਾਰ ਖਰਾਬ ਕਰਨ ਵਾਲੀ ਗੱਲ ਹੋਈ ਆ। ਇਹ ਚੰਗੀ ਗੱਲ ਨਹੀਂ। ਪਰ ਜਿਹੜਾ ਤੁਸੀਂ ਇੱਕ ਤਾਂ ਰੰਗ ਵਾਲਾ ਪਿੱਲਰ ਦੇਖ ਲਓ, ਇੱਕ ਆਹ ਦੇਖ ਲਓ ਰੀਜਨਲ, ਜਿੱਥੋਂ ਰੰਗ ਲੈ ਚੁੱਕਿਆ ਵਾ। ਮਤਲਬ ਕਿ ਯਾਰ ਪੱਥਰ ਦੀ ਖੂਬਸੂਰਤੀ ਅੱਗੇ ਰੰਗ ਰੁੰਗ ਸਾਰੇ ਫੇਲ ਆ। ਮਤਲਬ ਕਿ ਜੋ ਜੈਨੂਨ ਚੀਜ਼ ਹੁੰਦੀ ਆ, ਰੀਜਨਲ ਚੀਜ਼ ਹੁੰਦੀ ਆ, ਉਹ ਜ਼ਿਆਦਾ ਵਧੀਆ ਹੁੰਦੀ ਆ। ਜਿਵੇਂ ਇੱਥੇ ਵੀ ਸਾਡੇ ਪੁਰਾਣੇ ਜੇ ਪੰਜਾਬ 'ਚ ਗੱਲ ਕਰੀਏ, ਪੁਰਾਣੇ ਜੋ ਇਤਿਹਾਸਕ ਗੁਰਦੁਆਰੇ ਨੇ ਜਿਹੜੇ ਉਵੇਂ ਹੂ ਰੱਖੇ ਗਏ ਆ, ਜਾਂ ਹੂ ਉਵੇਂ ਨਿਸ਼ਾਨੀਆਂ ਰੱਖੀਆਂ ਗਈਆਂ ਨੇ, ਉਹ ਜ਼ਿਆਦਾ ਸੁੰਦਰ ਲੱਗਦੀਆਂ ਨੇ। ਮਤਲਬ ਜਿਹੜੀ ਚੀਜ਼ ਰੀਜਨਲ ਹੀ ਹੁੰਦੀ ਆ ਯਾਰ, ਗੱਲ ਇੱਥੇ ਮੁੱਕਦੀ ਆ।
ਦਰਸ਼ਕੋ ਵੀ ਇਹ ਮੰਦਿਰ ਦੇ ਨਾ ਪਾਣੀ ਦੇ ਨਿਕਾਸ ਦੇ ਲਈ ਆਹ ਦੇਖੋ ਚੀਜ਼ ਲੱਗੀ, ਮਤਲਬ ਇੱਥੋਂ ਦੀ ਵੀ ਪਾਣੀ ਨਿਕਲ ਕੇ ਬਾਹਰ ਆਉਂਦਾ ਹੋਊਗਾ, ਮਤਲਬ ਤਾਂ ਛੱਤ ਤੇ ਪਾਣੀ ਜਮ੍ਹਾਂ ਹੋ ਗਿਆ ਜਾਂ ਅੰਦਰੋਂ ਪਾਣੀ ਕੱਢਣ ਲਈ ਇੱਥੋਂ ਦੀ ਨਿਕਾਸ ਦੁਆਰ ਬਣਾਇਆ ਹੋਇਆ, ਉਹ ਵੀ ਪੱਥਰ ਨੂੰ ਕੱਢ ਕੇ। ਦਰਸ਼ਕੋ ਵੀ ਇੱਥੋਂ ਦਾ ਤੁਹਾਨੂੰ ਆ ਸਾਰਾ ਰੀਜਨਲ ਲੱਗ ਰਿਹਾ, ਜਿਵੇਂ ਆ ਪੱਥਰ ਆ, ਮੀਨਾ ਸਾਰਾ ਨਕਾਸ਼ੀ ਕੀਤੀ ਹੋਈ ਜੋ। ਪਰ ਇਸ ਤੋਂ ਬਾਅਦ ਦੇਖੋ ਜਦੋਂ ਬਾਅਦ ਦੇ ਵਿੱਚ ਆਪਣੇ ਨਵੇਂ ਲੋਕ ਆ ਜਾਂਦੇ, ਜਿਵੇਂ ਉਦੋਂ ਬਾਅਦ ਚ ਪੁਰਾਣੀ ਮੰਦਿਰ ਨੂੰ ਢੱਕ ਕੇ ਉੱਤੇ ਪਲਾਸਟਰ ਕਰਕੇ ਕਹਿ ਲਓ ਕਿ ਉਹਦੀ ਓਰੀਜਨਲ ਚੀਜ਼ ਨੂੰ ਖਤਮ ਕੀਤਾ ਗਿਆ। ਆਹ ਦੇਖੋ ਥੱਲੇ ਆ ਪੁਰਾਣੇ ਪੱਥਰ ਹੀ ਲੱਗੇ ਹੋਏ ਨੇ, ਮਤਲਬ ਉਹ ਪੁਰਾਣੇ ਪੱਥਰਾਂ ਤੇ ਪਲਾਸਟਰ ਕਰਕੇ ਮੇਰੇ ਖਿਆਲ 'ਚ ਖੂਬਸੂਰਤੀ ਘਟਾਈ ਗਈ ਹੋਊਗੀ। ਅਗਰ ਆਪਾਂ ਇੱਕ ਨਿਰਪੱਖ ਹੋ ਕੇ ਗੱਲ ਕਰੀਏ ਤਾਂ ਖੂਬਸੂਰਤੀ ਘਟਾਈ ਗਈ ਆ, ਪਰ ਜਿਹੜੇ ਰੀਜਨਲ ਚੀਜ਼ ਆ ਯਾਰ ਉਹ ਵੀ ਚੂਨੇ ਦੇ ਨਾਲ ਹੀ ਬਣੀ ਹੋਈ, ਉਵੇਂ ਪਾਈ ਉਸ ਨੂੰ। ਇੱਥੇ ਚਮਕੀਲੇ ਰੰਗ ਵੀ ਵਿਖਾ ਦੇਣਾ ਵਾ, ਆ ਪੌੜੀਆਂ ਬਣੀਆਂ ਹੋਈਆਂ ਨੇ ਇੱਥੇ, ਤੇ ਆ ਪੌੜੀਆਂ ਦਾ ਵੀ ਆਪਾਂ ਸ਼ੂਜ਼ ਉਤਾਰ ਲਈਏ ਕਿਉਂਕਿ ਫਿਲਹਾਲ ਵੀ ਹਜੇ ਬਾਹਰ ਹੀ ਆ, ਲੋਕ ਤਾਂ ਸ਼ੂਜ਼ ਲੈ ਕੇ ਜਾਂਦੇ ਆ, ਪਰ ਫਿਰ ਵੀ ਆਪਾਂ ਸ਼ੂਜ਼ ਉਤਾਰ ਕੇ ਜਾਵਾਂਗੇ। ਦੇਖੋ ਗੱਲ ਇਹ ਆ ਵੀ ਇੱਧਰਲੇ ਪਾਸੇ ਦਿਖਾਵਾਂ ਤੁਹਾਨੂੰ ਮੈਂ ਪੁਰਾਣੀ ਇੱਕ ਚਮਕਦਾਰ ਚੀਜ਼, ਬਹੁਤ ਸੋਹਣੀ ਜਿਹੀ ਰਾਜਸਥਾਨੀ ਸਟਾਈਲ ਕਹਿ ਦਿੰਦੇ ਆ ਵੀਰੇ। ਥੋੜ੍ਹਾ ਜਿਹਾ ਉੱਧਰ ਨੂੰ ਹੋ ਜਿਓ। ਆਹ ਦੇਖੋ ਬਹੁਤ ਕਲਰਫੁਲ ਚੀਜ਼ਾਂ ਨੇ, ਬਹੁਤ ਸੋਹਣੀ ਚੀਜ਼ ਦੇਖਣ, ਕਿਸ ਤਰੀਕੇ ਨਾਲ ਚਟਕੀਲੇ ਰੰਗ, ਨੀਲਾ, ਲਾਲ, ਪੀਲਾ, ਇਹ ਰੰਗ ਵਰਤੇ ਗਏ ਆ, ਮਤਲਬ ਇਹ ਰਾਜਸਥਾਨੀ ਸਟਾਈਲ ਆ, ਇਹ ਮਤਲਬ ਉੱਥੋਂ ਦਾ ਕਲਚਰ ਆ, ਉਹਨੂੰ ਪ੍ਰਮੋਟ ਕਰ ਰਹੀ ਆ। ਛੋਟੀ ਜਿਹੀ ਚੀਜ਼ ਆ ਪਰ ਇਹਦੇ ਤੇ ਵੀ ਬਹੁਤ ਤਰੀਕੇ ਨਾਲ ਬਣਾਇਆ ਗਿਆ ਚੀਜ਼, ਮਤਲਬ ਇਹ ਆਸਥਾ ਦਾ ਪ੍ਰਤੀਕ ਆ ਇਹ। ਤੇ ਬਾਕੀ ਇੱਧਰਲੇ ਪਾਸੋਂ ਮੰਦਿਰ ਦਾ ਇੱਕ ਨਵਾਂ ਰੂਪ ਬਣਿਆ ਹੋਇਆ ਵਾ, ਇੱਧਰਲੇ ਪਾਸੋਂ ਨਵਾਂ ਰੂਪ ਬਣਿਆ ਹੋਇਆ। ਕਹਿਣ ਦੇ ਵਿੱਚ ਇਹ ਵੀ ਹੈ ਕਿ ਅੰਦਰ ਇੱਕ ਭਾਲਾ ਪਿਆ ਵਾ, ਬਹੁਤ ਪੁਰਾਣਾ, ਸਦੀਆਂ ਪੁਰਾਣਾ ਭਾਲਾ ਵੀ ਪਿਆ ਵਾ। ਇੱਕ ਮੈਨੂੰ ਚੀਜ਼ ਆ ਬਹੁਤ ਪੁਰਾਣੀ ਲੱਗੀ, ਆਹ ਦੇਖੋ ਪੱਥਰ ਦੇ ਕੱਟ ਕੇ ਕੁਛ ਰੱਖਿਆ, ਉਸ ਦਾ ਚਾਨਣ ਕਰਨ ਨੂੰ ਕੁਛ ਹੋਵੇ, ਇਸ ਕਿਸਮ ਦੀਆਂ ਚੀਜ਼ਾਂ ਥੋੜ੍ਹੇ ਪੱਥਰ ਮਿਲ ਜਾਣਗੇ ਤੁਹਾਨੂੰ ਇੱਥੇ। ਦਰਸ਼ਕੋ ਇੱਕ ਨਾ ਬਹੁਤ ਹੀ ਰੌਚਕ ਚੀਜ਼ ਨੂੰ ਦੱਸਦਾ ਵਾਂ, ਮਹਾਰਾਣਾ ਪ੍ਰਤਾਪ ਦਾ ਇੱਥੇ ਭਾਲਾ ਪਿਆ ਵਾ, ਮਤਲਬ ਐਂ ਚਲਾਉਣ ਵਾਲਾ। ਆਹ ਦੇਖੋ ਕਿਸ ਆਕਾਰ ਤੇ, ਬਹੁਤ ਵੱਡੇ ਆਕਾਰ ਦੇ ਵਿੱਚ ਆ, ਉਹ ਤਾਂ ਤੋਂ ਸ਼ੁਰੂ ਹੋ ਜਾਂਦਾ ਤੇ ਥੱਲੇ ਤੱਕ ਆ। ਕਹਿੰਦੇ ਵੀ ਇਸ ਤੋਂ ਵੀ ਵੱਡਾ ਆਕਾਰ ਹੁੰਦਾ ਸੀਗਾ, ਪਰ ਮਹਾਰਾਣਾ ਪ੍ਰਤਾਪ ਕਹਿੰਦੇ ਜਦੋਂ ਇੱਥੇ ਆਏ ਅੰਦਰ ਹਥਿਆਰ ਤਾਂ ਲੈ ਕੇ ਨਹੀਂ ਜਾ ਸਕਦੇ ਹੁੰਦੇ, ਉਹਨਾਂ ਨੇ ਬਾਹਰ ਹੀ ਟਿਕਾਤਾ ਸੀਗਾ, ਤੇ ਉਸ ਤੋਂ ਬਾਅਦ ਕਹਿੰਦੇ ਇੱਥੇ ਹੀ ਆ। ਇਹਦੇ ਬਾਰੇ ਮਤਲਬ ਸਾਡੇ ਹਿੰਦੂ ਭਾਈਚਾਰੇ ਦੀਆਂ ਕਈ ਭਾਵਨਾਵਾਂ ਨੇ ਕਿ ਜਿਉਂ-ਜਿਉਂ ਪਾਪ ਵੱਧਦਾ ਜਾਂਦਾ ਇਹ ਥੱਲੇ ਨੂੰ ਹੁੰਦਾ ਜਾਂਦਾ ਵਾ। ਇਹ ਆਸਥਾ ਦਾ ਮਸਲਾ ਵਾ, ਤੇ ਆਸਥਾ ਤੇ ਆਪਾਂ ਕਦੇ ਵੀ ਟਿੱਪਣੀ ਨਹੀਂ ਕਰਦੇ ਹੁੰਦੇ। ਜਿਵੇਂ ਆਸਥਾ ਹੋਵੇ ਉਸ ਨੂੰ ਹੂਬਹੂ ਉਸੇ ਤਰੀਕੇ ਨਾਲ ਮੰਨ ਲੈਣਾ ਚਾਹੀਦਾ ਹੁੰਦਾ ਵਾ, ਕਿਉਂਕਿ ਹਰ ਦੀਆਂ ਭਾਵਨਾਵਾਂ ਹੁੰਦੀਆਂ, ਹਾਰਟ ਨਹੀਂ ਕਰਨਾ ਚਾਹੀਦਾ। ਪਰ ਉਸੇ ਤਰੀਕੇ ਨਾਲ ਮਹਾਰਾਣਾ ਪ੍ਰਤਾਪ ਵੀ ਇੱਕ ਬਹੁਤ ਵੱਡਾ ਯੋਧਾ ਹੋਇਆ ਸੀ, ਮਤਲਬ ਉਹ ਵੀ ਇਸ ਧਰਤੀ ਦੇ ਉੱਤੇ ਆਇਆ ਹੋਇਆ ਵਾ। ਤੇ ਕਮਾਲ ਦੀ ਗੱਲ ਆ ਕਿ ਹਜੇ ਉਸ ਕਿਸ ਤਰੀਕੇ ਕਿੱਡੇ ਆਕਾਰ ਦੇ ਵਿੱਚ ਕਿਵੇਂ ਚਲਾਉਂਦੇ ਹੋਣਗੇ ਯਾਰ, ਏਡਾ ਵੱਡਾ ਸਰੀਰਕ ਪੱਖ ਤੋਂ ਕਿੱਡਾ ਤਕੜਾ ਹੋਊਗਾ। ਇਸ ਤੋਂ ਬਾਅਦ ਪ੍ਰਿਥਵੀ ਰਾਜ ਚੌਹਾਨ ਦੀ ਗੱਲ ਕਰੀਏ, ਨੇਜਾ, ਭਾਲਾ, ਢਾਲ, ਤਲਵਾਰ, ਇਹਨਾਂ ਦਾ ਭਾਰ 207 ਕਿਲੋ ਹੁੰਦਾ ਸੀ, ਮਤਲਬ ਉਹਨਾਂ ਦੇ ਸਰੀਰ ਬਹੁਤ ਵੱਡੇ ਸੀ, ਬਹੁਤ ਤਕੜੇ ਸੀਗੇ। ਤੇ ਉਸੇ ਤਰੀਕੇ ਨਾਲ ਮਹਾਰਾਣਾ ਪ੍ਰਤਾਪ ਦਾ ਵੀ ਭਾਲਾ ਬਹੁਤ ਤਕੜਾ ਤੇ ਵੱਡਾ, ਦੇਖੋ ਆਕਾਰ ਦੇ ਵਿੱਚ ਤਕਰੀਬਨ ਮੈਨੂੰ ਲੱਗਦਾ ਹੋਊਗਾ ਬਾਈ ਹੋਊਗਾ 8-9 ਫੁੱਟ ਦੇ ਨੇੜੇ ਦਾ ਆਕਾਰ ਪਿਆ ਵਾ ਵੀ। ਇਹਨੂੰ ਚਲਾਉਂਦੇ ਰਹੇ, ਇਹਨੂੰ ਵਰਤਦੇ ਰਹੇ ਸੀਗੇ ਇਹ। ਸੋ ਦਰਸ਼ਕੋ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਮਿਹਰਬਾਨੀ, ਧੰਨਵਾਦ।